राष्ट्रपति द्रौपदी मुर्मू ने ਅੱਜ ਪ੍ਰਦਾਨ ਕੀਤੇ ਸਵੱਛਤਾ ਸਰਵੇਖਣ ਪੁਰਸਕਾਰ 2023। ਇੰਦੌਰ ਦੇ ਨਾਲ ਸੂਰਤ ਬਣਿਆ ਸਭ ਤੋਂ ਸਵੱਛ ਸ਼ਹਿਰ। ਸਫਾਈ ਮਿੱਤਰ ਸੁਰੱਖਿਅਤ ਸ਼ਹਿਰ ਵਰਗ ਵਿੱਚ ਚੰਡੀਗੜ੍ਹ ਨੂੰ ਪਹਿਲਾ ਸਥਾਨ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਹੁਸ਼ਿਆਰਪੁਰ ਵਿੱਚ ਕੀਤਾ 4000 ਕਰੋੜ ਰੁਪਏ ਦੀ ਸੜਕ ਪਰਿਯੋਜਨਾ ਦਾ ਉਦਘਾਟਨ ਤੇ ਸ਼ਿਲਾਨਿਆਸ। ਲੁਧਿਆਣਾ ਤੋਂ ਬਠਿੰਡਾ ਤੱਕ ਬਣੇਗਾ ਗ੍ਰੀਨਫੀਲਡ ਹਾਈਵੇ। ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ 18 ਜਨਵਰੀ ਨੂੰ ਦੁਪਹਿਰ 11 ਵਜੇ ਬੁਲਾਈ ਸਦਨ ਦੀ ਬੈਠਕ। ਨਮਸਕਾਰ, ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਗੀਤੂ ਗੁਲਾਟੀ ਅਤੇ ਹੁਣ ਖਬਰਾਂ ਵਿਸਥਾਰ ਨਾਲ। ਦੁਨੀਆ ਦੇ ਸਭ ਤੋਂ ਵੱਡੇ ਸਫਾਈ ਸਰਵੇਖਣ ਦੇ 8ਵੇਂ ਸੰਸਕਰਨ ਲਈ ਅੱਜ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿਖੇ ਇੱਕ ਸਮਾਗਮ ਕਰਵਾਇਆ ਗਿਆ, ਜਿਸ ਦੇ ਮੱਦੇਨਜ਼ਰ ਰਾਸ਼ਟਰਪਤੀ द्रौपदी मुर्मू ने स्वच्छता सर्वेखण पुरस्कार 2023 भी प्रदान किए। महाराष्ट्र अव्वल रहा, मध्य प्रदेश ते छत्तीसगढ़ ਨੂੰ दूसरा ਅਤੇ तीसरा पुरस्कार दिता गया। पिछले कई वरियां तो सब तो स्वच्छ शहर के रूप में इंदौर पहले स्थान पर बनया रहा। सूरत ਅਤੇ इंदौर ਨੂੰ ਸਾਂਝੇ रूप में सब तो स्वच्छ शहर का पुरस्कार दिता गया। नवी मुंबई तीसरा सब तो साफ शहर आंकिया गया। द्वारा साफ सफाई करने ਲਈ सफाई मित्र सुरक्षित शहर वर्ग ਵਿੱਚ ਪਹਿਲਾ ਪੁਰਸਕਾਰ ਚੰਡੀਗੜ੍ਹ ਨੂੰ ਮਿਲਿਆ। ਮੇਅਰ ਅਨੂਪ ਗੁਪਤਾ ਨੇ ਐਡਵਾਈਜ਼ਰ ਨਿਤਿਨ ਯਾਦਵ ਦੇ ਨਾਲ ਰਾਸ਼ਟਰਪਤੀ ਤੋਂ ਪੁਰਸਕਾਰ ਪ੍ਰਾਪਤ ਕੀਤਾ। 1 ਲੱਖ ਤੋਂ ਵੱਧ ਦੀ ਆਬਾਦੀ ਤੇ 446 ਸ਼ਹਿਰਾਂ ਵਿੱਚੋਂ ਚੰਡੀਗੜ੍ਹ ਨੂੰ 11ਵਾਂ ਸਥਾਨ ਹਾਸਿਲ ਹੋਇਆ। ਉਸ ਤੋਂ ਉਪਰੰਤ ਰਾਸ਼ਟਰਪਤੀ ਨੇ ਆਪਣੇ ਸੰਬੋਧਨ ਵਿੱਚ ਨੌਜਵਾਨਾਂ ਨੂੰ ਭਾਰਤ ਨੂੰ ਵਿਸ਼ਵ ਦਾ ਸਭ ਤੋਂ ਸਵੱਛ ਦੇਸ਼ ਬਣਾਉਣ ਦੇ ਵੱਡੇ ਟੀਚੇ ਨਾਲ ਅੱਗੇ ਵਧਣ ਲਈ ਕਿਹਾ। ये स्वच्छ सर्वेक्षण और पुरस्कार समारोह भी स्वच्छता के स्तर को ऊंचा करने की दिशा में एक महत्वपूर्ण सोपान है। मुझे बताया गया है कि इस सर्वेक्षण के लिए हर वर्ष एक महत्वपूर्ण विषय नियत किया जाता है और उस विषय से जुड़े मानकों को विशेष महत्व दिया जाता है। मैं समझती हूँ कि इस थीमेटिक अप्रोच से स्वच्छता अभियान के विभिन्न आयामों को बल मिला होगा। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਸੀਂ 2014 ਤੋਂ ਲੰਬਾ ਸਫ਼ਰ ਤੈਅ ਕੀਤਾ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਸਵੱਛ ਭਾਰਤ ਮਿਸ਼ਨ ਅਰਬਨ ਤਹਿਤ ਹੁਣ ਤੱਕ 67,16,000 ਟਾਇਲਟ ਅਤੇ 6,36,000 ਕਮਿਊਨਿਟੀ ਟਾਇਲਟ ਬਣਾਏ ਗਏ ਨੇ। ਕਿ the best tribute that we can make or pay to the Mahatma, the father of the nation, is to make the country open defecation free by the time we celebrate his 150th birth anniversary on 2nd October 2019. ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਜਨਵਰੀ ਨੂੰ ਰਾਸ਼ਟਰੀ ਯੁਵਾ ਦਿਵਸ ਦੇ ਮੌਕੇ ਤੇ ਮਹਾਰਾਸ਼ਟਰ ਦੇ ਨਾਸਿਕ 'ਚ ਰਾਸ਼ਟਰੀ ਯੁਵਾ ਉਤਸਵ ਦਾ ਉਦਘਾਟਨ ਕਰਨਗੇ। ਇਸ ਮੌਕੇ ਪ੍ਰਧਾਨ ਮੰਤਰੀ ਨੌਜਵਾਨਾਂ ਨੂੰ ਸੰਬੋਧਨ ਵੀ ਕਰਨਗੇ। ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਅਤੇ ਆਦਰਸ਼ਾਂ ਦੇ ਸਨਮਾਨ ਵਿੱਚ ਹਰ ਸਾਲ ਰਾਸ਼ਟਰੀ ਯੁਵਾ ਦਿਵਸ ਮਨਾਇਆ ਜਾਂਦਾ ਹੈ। ਇਸ ਸਾਲ ਰਾਸ਼ਟਰੀ ਯੁਵਾ ਦਿਵਸ ਦੇ ਮੌਕੇ ਯੁਵਾ ਮਾਮਲਿਆਂ ਦੇ ਮੰਤਰਾਲੇ ਦੀਆਂ ਵੱਖ-ਵੱਖ ਇਕਾਈਆਂ ਦੇਸ਼ ਭਰ ਵਿੱਚ ਜ਼ਿਲ੍ਹਾ ਪੱਧਰ ਤੇ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕਰਨਗੀਆਂ। ਦੇਸ਼ ਦੇ ਵੱਡੇ ਸ਼ਹਿਰਾਂ ਅਤੇ 750 ਜ਼ਿਲ੍ਹਾ ਹੈੱਡਕੁਆਟਰਾਂ ਵਿੱਚ ਸੜਕ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ। ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਸੰਯੁਕਤ ਸਕੱਤਰ ਦੇ ਮੁਤਾਬਕ ਇਸ ਸਾਲ ਰਾਸ਼ਟਰੀ ਯੁਵਕ ਮੇਲੇ ਦਾ ਥੀਮ ਮੇਰਾ ਭਾਰਤ ਵਿਕਸਿਤ ਭਾਰਤ 2047 ਨੌਜਵਾਨਾਂ ਦੁਆਰਾ ਨੌਜਵਾਨਾਂ ਲਈ ਹੈ। ਸੰਯੁਕਤ ਸਕੱਤਰ ਨੇ ਦੱਸਿਆ ਹੈ ਕਿ ਇਸ ਦੌਰਾਨ ਵੱਖ-ਵੱਖ ਰਾਜ ਆਪਣੇ ਸੱਭਿਆਚਾਰਕ ਵਿਰਸੇ ਦੀ ਵਿਭਿੰਨਤਾ ਨੂੰ ਪ੍ਰੋਗਰਾਮਾਂ ਰਾਹੀਂ ਦਿਖਾਉਣਗੇ। ਕੇਂਦਰੀ ਸੜਕੀ ਆਵਾਜਾਈ ਤੇ ਕੌਮੀ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਕੱਲ੍ਹ ਪੰਜਾਬ ਫੇਰੀ ਦੌਰਾਨ ਸੂਬਾ ਵਾਸੀਆਂ ਲਈ ਕੇਂਦਰ ਸਰਕਾਰ ਵੱਲੋਂ ਕਈ ਨਵੇਂ ਪ੍ਰੋਜੈਕਟਾਂ ਦੀ ਸੌਗਾਤ ਦਿੱਤੀ। ਇਸ ਨਾਲ ਆਉਣ ਵਾਲੇ ਸਾਲਾਂ ਵਿੱਚ ਸੂਬੇ ਦਾ ਕੌਮੀ ਸ਼ਾਹਮਾਰਗ ਢਾਂਚਾ ਹੋਰ ਮਜ਼ਬੂਤ ਅਤੇ ਆਧੁਨਿਕ ਹੋ ਜਾਵੇਗਾ। ਕੇਂਦਰੀ ਮੰਤਰੀ ਹੁਸ਼ਿਆਰਪੁਰ ਵਿੱਚ ਕਰਵਾਏ ਗਏ ਇੱਕ ਵੱਡੇ ਸਮਾਗਮ ਵਿੱਚ ਸ਼ਿਰਕਤ ਕੀਤੀ, ਜਿੱਥੇ ਉਹਨਾਂ ਨੇ 29 ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਉਹਨਾਂ ਨੇ ਕਈ ਹੋਰ ਪ੍ਰੋਜੈਕਟਾਂ ਦਾ ਐਲਾਨ ਵੀ ਕੀਤਾ। ਹੁਣ ਤੱਕ 75 ਕਿਲੋਮੀਟਰ ਲੰਬਾ ਗ੍ਰੀਨਫੀਲਡ ਹਾਈਵੇ ਬਣਾਇਆ ਜਾਵੇਗਾ। ਇਸ ਹਾਈਵੇ ਉੱਤੇ ਤਕਰੀਬਨ 2000 ਕਰੋੜ ਰੁਪਏ ਦਾ ਖਰਚਾ ਆਵੇਗਾ। ਗ੍ਰੀਨਫੀਲਡ ਹਾਈਵੇ ਦੇ ਮੁਕੰਮਲ ਹੋਣ ਨਾਲ ਲੁਧਿਆਣਾ ਤੋਂ ਬਠਿੰਡਾ ਦੀ ਦੂਰੀ 45 ਮਿੰਟਾਂ ਵਿੱਚ ਤੈਅ ਕੀਤੀ ਜਾ ਸਕੇਗੀ। ਇਸ ਹਾਈਵੇ ਨੂੰ ਦਸੰਬਰ 2025 ਤੱਕ ਉਸਾਰਿਆ ਜਾਵੇਗਾ।
पंजाब में आज 12,000 करोड़ की घोषणा हुई है। माननीय ओम प्रकाश जी के द्वारा होशियारपुर में सड़क कनेक्टिविटी में जो जो उन्होंने मांगा वो मैंने मंजूर करके दिया है। मैं घोषणा करता हूं कि जालंधर से पठानकोट मार्ग पर 1600 करोड़ की लागत से जो सोम प्रकाश जी ने मांग की है वो लागत से मुकेरियन, दसूया और भोगपुर में 45 किलोमीटर के 4 लेन के 3 बाईपास बनाए जाएंगे। इस मौके केंद्रीय मंत्री ने किसानों का भी जिक्र किया और कहा कि किसान साडे हुण सिर्फ अन्नदाता नहीं सगों ऊर्जा देने वाले भी बन गए हैं। उन्होंने दस्सिया कि पराली तो बायोफ्यूल तैयार किया जाएगा। उन्होंने पंजाब के किसानों को पराली ना साड़न की अपील भी की थी। अमृतसर एयरपोर्ट से रामदास तक 523 करोड़ की लागत से 40 किलोमीटर 4 लेन मार्ग का निर्माण हो जाएगा, 2019 में पूरा होगा। इसी मार्ग के चौड़ीकरण से एयरपोर्ट से करतारपुर कॉरिडोर तक आने जाने का समय बचेगा। चंडीगढ़ नगर निगम के नवे मेयर की चोन 18 जनवरी को होने जा रही है। इस चोन लिए डिप्टी कमिश्नर वालों पंजाब म्यूनसिपल कॉरपोरेशन एक्ट 1976 की धारा 38 में दर्शाए गए उपबंधों के अनुसार नोटिफिकेशन जारी कर दिता है। इस तहत सब तो पहला मेयर की चोन की जाएगी और उस तो बाद सीनियर डिप्टी मेयर और डिप्टी मेयर की चोन लिए सवेरे 11 बजे वोटिंग शुरू होगी। इस चोन लिए 13 जनवरी को सवेरे 11 बजे तो शाम 5 बजे तक नामजदगी दाखिल की जा सकेंगे। इस दे नाल ही नामजदगियां भी 13 जनवरी को वापस लिया जा सकनगियां। दस दिए कि मेयर की चोन लिए वोटिंग बैलेट पेपर के जरिए होगी और नॉमिनेटेड कौंसलर अनिल मसीह को चोन अधिकारी नियुक्त किया गया है। चंडीगढ़ नगर निगम के वार्ड नंबर 31 तो कौंसलर लखबीर सिंह बिल्लू आम आदमी पार्टी को छड़ के भाजपा में शामिल हो गए हैं। प्रदेश के भाजपा प्रधान जतिंदर मल्होत्रा ने लखबीर सिंह बिल्लू का पार्टी में शामिल होने ते फुल्लां दे हार पा के स्वागत किया है। भाजपा प्रधान ने कहा कि भारतीय जनता पार्टी ही एक अजिही पार्टी है जो देश की सेवा लिए पूरी तरह समर्पित है। उन्होंने कहा कि प्रधानमंत्री नरेंद्र मोदी दी जन कल्याण योजनावां तो आकर्षित होकर कई लोग भाजपा च शामिल हो रहे हैं। आज बिल्लू बादशाह भी भारतीय जनता पार्टी में शामिल हो गए। तो मैं बिल्लू बादशाह जी को अश्योर करता हूं कि इनके काम चाहे एमसी का काम हो या और भी कई काम होते हैं जिंदगी में, इनको इधर उधर देखना नहीं पड़ेगा और भारतीय जनता पार्टी में इनका मान सम्मान आदर सब कुछ होगा। इस चीज काउंसलर लखबीर सिंह बिल्लू ने कहा कि वो प्रधानमंत्री नरेंद्र मोदी दी नीतियां तो प्रभावित हैं और भाजपा की अगवाई में चंडीगढ़ में बहुत सारे विकास कार्य हुए हैं तो इस गल तो प्रभावित होकर वो भाजपा में शामिल हुए हैं। काम कर रहे हैं जी। देखो अभी राम मंदिर बनाया है जी, उसी कामों को देखकर मेरा मन किया मैं भी भारतीय जनता पार्टी ज्वाइन करूंगा। इसलिए मेरे बड़े भाई जगतार सिंह जग्गा जी, कन्वर राणा भाई जी और बाबला जी, तो मैंने इनको मिला तो इन्होंने मेरे को अच्छे संस्कार बताए। अभी तुम्हारे काम नहीं रुकेंगे बाढ़ के कोई भी, वो हमारी जिम्मेवारी है जी भारतीय जनता पार्टी की। इस दे नाल ही भाजपा प्रधान और संसद मैंबर किरण खेर ने खुशी जाहिर करदे कहा है कि लखबीर सिंह के आउण नाल पार्टी होर मजबूत होगी और उन्होंने पार्टी में बनदा मान सत्कार दिता जाएगा। का स्वागत करते हैं भारतीय जनता पार्टी में और वाकई में यकीन दिलाते हैं कि मोदी जी की गारंटी में आप भी जुड़कर हमारे साथ लोगों की सेवा में लगिए और हमें बहुत खुशी है कि आप हमारे साथ मिल गए हैं। एंड जैसे बबला जी ने कहा हम सब एक ही फैमिली हैं और एक ही फैमिली मेंबर की तरह आप भी हमारे साथ रहिएगा। हरियाणा के मुख्य सकੱਤਰ संजीव कौंसल ने बुधवार को चंडीगढ़ में खाना और भू कमेटी नाल एक बैठक की है। उन्होंने कहा कि राज्य में गैर कानूनी खनन गतिविधियों को रोकने की दिशा में एक खान और भू विज्ञान विभाग एक नियंत्रण और निगरानी केंद्र स्थापित करेगा। इसलिए हर सैक के सहयोग नाल
ਕੰਮ ਜਾਰੀ ਹੈ। ਉਹਨਾਂ ਕਿਹਾ ਕਿ ਖੇਤੀਬਾੜੀ ਖੇਤਰਾਂ ਵਿੱਚ ਪਰਾਲੀ ਸਾੜਨ ਦੀ ਨਿਗਰਾਨੀ ਕਰਨ ਲਈ ਵਰਤੀ ਗਈ ਸਫਲ ਐਪਲੀਕੇਸ਼ਨ ਤੋਂ ਪ੍ਰੇਰਨਾ ਲੈਂਦੇ ਹੋਏ ਕੇਂਦਰ ਗੈਰ ਕਾਨੂੰਨੀ ਮਾਈਨਿੰਗ ਬਾਰੇ ਅਸਲ ਸਮੇਂ ਦੀ ਜਾਣਕਾਰੀ ਪ੍ਰਦਾਨ ਕਰੇਗਾ। ਸੈਂਸਿੰਗ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਵੇਗੀ। ਉਹਨਾਂ ਸ਼ੱਕੀ ਥਾਵਾਂ ਤੇ ਛਾਪੇਮਾਰੀ ਕਰਨ ਲਈ ਜ਼ਿਲ੍ਹਾ ਦਫ਼ਤਰਾਂ ਅਤੇ ਮਾਈਨਿੰਗ ਸਾਈਟਾਂ ਤੇ ਸਥਿਰ ਅਤੇ ਮੋਬਾਈਲ ਪੁਲਿਸ ਫੋਰਸ ਤਾਇਨਾਤ ਕਰਨ ਤੇ ਵੀ ਜ਼ੋਰ ਦਿੱਤਾ। ਮੀਟਿੰਗ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਦਾ ਮੁਕਾਬਲਾ ਕਰਨ ਲਈ ਵੱਖ-ਵੱਖ ਖਨਨ ਸਥਾਨਾਂ ਤੇ ਸਾਵਧਾਨੀ ਪੂਰਵਕ ਬਿਹਤਰ ਨਿਗਰਾਨੀ ਲਈ ਡਰੋਨ ਵੀ ਤਾਇਨਾਤ ਕੀਤੇ ਜਾਣਗੇ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਨੇ ਆਗਾਮੀ ਸੀਜ਼ਨ ਦੌਰਾਨ ਫਸਲੀ ਰਹਿੰਦ ਖੂੰਹਦ ਨੂੰ ਸਾੜਨ ਦੀਆਂ ਘਟਨਾਵਾਂ ਵਿੱਚ 50% ਦੀ ਕਮੀ ਲਿਆਉਣ ਦਾ ਟੀਚਾ ਸਵਿੱਥਿਆ ਹੈ। ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ ਵੱਲੋਂ ਇੱਕ ਰੋਜ਼ਾ ਸੂਬਾ ਪੱਧਰੀ ਵਰਕਸ਼ਾਪ ਕਮ ਟ੍ਰੇਨਿੰਗ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਦਿੱਤੀ। ਇਹ ਵਰਕਸ਼ਾਪ ਕਮ ਟ੍ਰੇਨਿੰਗ ਐਗਰੋ ਜਿਓ ਇਨਫੋਰਮੋਟਿਕਸ ਅਧੀਨ ਪਰਾਲੀ ਸਾੜਨ ਦੀ ਨਿਗਰਾਨੀ ਲਈ ਪੁਲਾੜ ਆਧਾਰਿਤ ਟੈਕਨੋਲੋਜੀ ਵਿਸ਼ੇ ਤੇ ਕਰਵਾਈ ਗਈ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪ੍ਰਦੂਸ਼ਣ ਇੱਕ ਵਿਸ਼ਾਲ ਮੁੱਦਾ ਹੈ ਅਤੇ ਇਸ ਲਈ ਸਿਰਫ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਨਾਲ ਜ਼ਮੀਨੀ ਪੱਧਰ ਤੇ ਕੁਝ ਨਹੀਂ ਬਦਲੇਗਾ, ਕਿਉਂਕਿ ਕਿਸਾਨ ਵੀ ਵੱਧ ਰਹੇ ਪ੍ਰਦੂਸ਼ਣ ਦੇ ਸ਼ਿਕਾਰ ਹੋ ਰਹੇ ਨੇ। ਉਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਨੂੰ ਬਚਾਉਣ ਵਾਸਤੇ ਕੋਈ ਢੁਕਵਾਂ ਹੱਲ ਕੱਢਣ ਦੀ ਅਪੀਲ ਵੀ ਕੀਤੀ ਹੈ। ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨ ਦੇ ਸੰਕਟ ਨਾਲ ਨਜਿੱਠਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਇਸ ਮੰਤਵ ਲਈ ਵਿੱਤੀ ਸਾਲ 2023 ਦੇ ਲਗਭਗ 23,000 ਫਸਲੀ ਰਹਿੰਦ ਖੂੰਹਦ ਪ੍ਰਬੰਧਨ ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ। ਪੰਜਾਬ ਦੇ ਪਿੰਡ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਕੱਲ੍ਹ ਗ੍ਰਾਮ ਪੰਚਾਇਤ ਹਿਰਦਾਪੁਰ ਦੇ ਪਿੰਡ ਹਰਨਾਮਪੁਰ ਦਾ ਦੌਰਾ ਕੀਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਕਰੀਬ 85 ਏਕੜ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਹਟਾਇਆ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਜ਼ਮੀਨ ਤੇ ਉਦਯੋਗਪਤੀਆਂ ਤੋਂ ਲੈ ਕੇ ਪਿੰਡ ਵਾਸੀਆਂ ਵੱਲੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਅੱਜ ਤੋਂ ਇਸ ਜ਼ਮੀਨ ਦੀ ਮਲਕੀਅਤ ਗ੍ਰਾਮ ਪੰਚਾਇਤ ਹਿਰਦਾਪੁਰ ਦੇ ਪਿੰਡ ਹਰਨਾਮਪੁਰ ਨੂੰ ਸੌਂਪ ਦਿੱਤੀ ਗਈ ਹੈ, ਜਿਸ ਦੀ ਕੀਮਤ ਚੰਡੀਗੜ੍ਹ ਦੇ ਨਜ਼ਦੀਕ ਹੋਣ ਦੇ ਕਾਰਨ 100 ਕਰੋੜ ਰੁਪਏ ਤੋਂ ਵੱਧ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਇਹ ਜ਼ਮੀਨ ਬਹੁਤ ਉਪਜਾਊ ਹੈ, ਜਿਸ ਵਿੱਚ ਅਮਰੂਦਾਂ ਦੇ ਬਾਗ ਅਤੇ ਖੈਰ ਦੇ ਦਰਖਤ ਲੱਗੇ ਹੋਏ ਨੇ ਅਤੇ ਕਈ ਲੋਕਾਂ ਵੱਲੋਂ ਕਬਜ਼ਾ ਕਰਕੇ ਇੱਥੇ ਖੇਤੀ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਜ਼ਮੀਨ ਨੂੰ ਪਿੰਡ ਦੀ ਪੰਚਾਇਤ ਦੇ ਹਵਾਲੇ ਕਰਕੇ ਖੁੱਲ੍ਹੀ ਬੋਲੀ ਰਾਹੀਂ ਹੀ ਖੇਤੀ ਲਈ ਅੱਗੇ ਦਿੱਤਾ ਜਾਵੇਗਾ ਅਤੇ ਇਸ ਆਮਦਨ ਨੂੰ ਪਿੰਡ ਦੇ ਵਿਕਾਸ ਉੱਤੇ ਖਰਚਿਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਨਲ ਜਲ ਮਿੱਤਰ ਪ੍ਰੋਗਰਾਮ ਜਲਦੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਹੁਨਰ ਵਿਕਾਸ ਅਤੇ ਉਤਪਾਦਕਤਾ ਮੰਤਰਾਲੇ ਦੇ ਸਹਿਯੋਗ ਨਾਲ ਇਸ ਲਈ ਮਲਟੀ ਸਕਰੀਨਿੰਗ ਕੋਰਸ ਵੀ ਵਿਕਸਿਤ ਕੀਤਾ। ਇਸ ਕੋਰਸ ਨੂੰ ਕਰਨ ਵਾਲਿਆਂ ਤੋਂ ਕੋਈ ਫੀਸ ਵੀ ਨਹੀਂ ਲਈ ਜਾਵੇਗੀ ਤੇ ਇਸ ਦਾ ਖਰਚਾ ਵੀ ਸਰਕਾਰ ਚੁੱਕੇਗੀ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਕੋਰਸ ਦਾ ਮੁੱਖ ਮਕਸਦ ਪਿੰਡਾਂ ਦੇ ਸਥਾਨਕ ਵਿਅਕਤੀਆਂ ਨੂੰ ਹੁਨਰ ਆਧਾਰਿਤ ਸਿਖਲਾਈ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਜਲ ਸਪਲਾਈ ਸਕੀਮਾਂ ਨੂੰ ਬਿਹਤਰ ਢੰਗ ਨਾਲ ਚਲਾ ਸਕਣ। ਉਹਨਾਂ ਦੱਸਿਆ ਕਿ ਇਹ ਕੋਰਸ ਕਰਨ ਵਾਲਾ ਵਿਅਕਤੀ ਛੋਟੀ-ਮੋਟੀ ਮੁਰੰਮਤ ਅਤੇ ਸਾਂਭ ਸੰਭਾਲ ਕਰਨ ਦੇ ਯੋਗ ਬਣ ਜਾਂਦਾ ਹੈ। ਇਸ ਕੋਰਸ ਨੂੰ ਕਰਨ ਵਾਲੇ ਵਿਅਕਤੀ ਨੂੰ ਪਿੰਡ ਪੱਧਰ ਤੇ ਹੀ ਰੋਜ਼ਗਾਰ ਮਿਲਣ ਦੀਆਂ ਸੰਭਾਵਨਾਵਾਂ ਵੀ ਪੈਦਾ ਹੋਣਗੀਆਂ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਨਲ ਜਲ ਮਿੱਤਰ ਪ੍ਰੋਗਰਾਮ ਰਾਹੀਂ ਪੰਜਾਬ ਦੇ ਤਕਰੀਬਨ 12,000 ਪਿੰਡਾਂ ਵਿੱਚ ਸਥਾਨਕ ਲੋਕਾਂ ਨੂੰ ਪਲੰਬਿੰਗ, ਬਿਜਲੀ ਦੇ ਕੰਮ, ਪੰਪ ਸੰਚਾਲਨ ਦੀ ਸਿਖਲਾਈ ਦਿੱਤੀ ਜਾਵੇਗੀ। ਇਹ ਪ੍ਰੋਗਰਾਮ ਤਕਨੀਕੀ ਸਿੱਖਿਆ ਵਿਭਾਗ ਰਾਹੀਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨਾਲ ਮਿਲ ਕੇ ਲਾਗੂ ਕੀਤਾ ਜਾਵੇਗਾ। ਇਸੇ ਸਾਲ ਮਾਰਚ ਤੱਕ ਇਸ ਸਿਖਲਾਈ ਪ੍ਰੋਗਰਾਮ ਨੂੰ ਸ਼ੁਰੂ ਕਰਨ ਦੀ ਯੋਜਨਾ ਹੈ। ਚੰਡੀਗੜ੍ਹ PGI ਵੱਲੋਂ ਕੱਲ੍ਹ ਡਾਇਟਿਕਸ ਡੇ ਮਨਾਇਆ ਗਿਆ ਹੈ। ਇਸ ਸੰਬੰਧ ਵਿੱਚ ਹਸਪਤਾਲ ਫੂਡ ਹੈਂਡਲਰ ਦੀ ਇੱਕ ਵਰਕਸ਼ਾਪ ਵੀ ਕਰਵਾਈ ਗਈ। ਇਸ ਵਿੱਚ ਸਰੀਰ ਨੂੰ ਸਿਹਤਮੰਦ ਰੱਖਣ ਲਈ ਖਾਣੇ ਸੰਬੰਧੀ ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ, ਇਸ ਬਾਰੇ ਡਾਕਟਰਾਂ ਵੱਲੋਂ ਚਰਚਾ ਕੀਤੀ ਗਈ। ਇਸ ਮੌਕੇ ਡਾਈਟੀਸ਼ੀਅਨ ਡਾਕਟਰ ਨੈਂਸੀ ਸਾਨੀ ਨੇ ਕਿਹਾ ਕਿ ਡਾਇਟਿਕਸ ਡੇ 2014 ਤੋਂ PGI ਵਿੱਚ ਮਨਾਇਆ ਜਾਂਦਾ ਹੈ ਅਤੇ ਖਾਣੇ ਨਾਲ ਸੰਬੰਧਿਤ ਜਾਣਕਾਰੀ ਲੋਕਾਂ ਨੂੰ ਦਿੱਤੀ ਗਈ ਹੈ ਤਾਂ ਕਿ ਲੋਕਾਂ ਵਿੱਚ ਪੌਸ਼ਟਿਕ ਭੋਜਨ ਪ੍ਰਤੀ ਜਾਗਰੂਕਤਾ ਵੱਧ ਸਕੇ। ਉਹਨਾਂ ਦੱਸਿਆ ਕਿ ਹਰ ਮਰੀਜ਼ ਦੀ ਸਮੱਸਿਆ ਉਸਦੇ ਖਾਣੇ ਨਾਲ ਜੁੜੀ ਹੁੰਦੀ ਹੈ। और ये कम्युनिटी बेस्ड प्रोग्राम्स के लिए भी होता है, न्यूट्रिशन का एक नॉलेज स्प्रेड करने के लिए होता है। डाइट जो है मेन आ जाती है बिकॉज मेन अंदर तो हम वो डाल रहे हैं अपने, तो ये महत्व डाइट का तो महत्व क्या पूछोगे आप, लाइक इट इज़ डाइट ओनली एवरीवेयर। तो इसमें आज की ये विशेषता थी कि जो हमारे
स्टाफ मेंबर्स हैं जो किचन में काम करते हैं, उनके ऊपर ये फोकस किया गया था कि उनका बड़ा रोल होता है कि अच्छा खाना बनाने में और उसकी हैंडलिंग में। तो उसी के लिए ये डिफरेंट इंस्टीट्यूशन से फैकल्टी आई हुई है, रिसोर्स पर्सनस आए हुए हैं, तो ये वर्कशॉप आज की जा रही है। ਵਰਕਸ਼ਾਪ ਵਿੱਚ ਜਿੱਥੇ ਤਣਾਅ ਦੇ ਮੁੱਦੇ ਤੇ ਚਰਚਾ ਕੀਤੀ ਗਈ ਤਾਂ ਉੱਥੇ ਹੀ ਖਾਣਾ ਬਣਾਉਣ ਦੇ ਵੱਖ-ਵੱਖ ਨਿਊਟ੍ਰੀਸ਼ਨ ਵੈਲਿਊ ਨੂੰ ਵੀ ਸਮਝਾਇਆ ਗਿਆ। ਉੱਤਰੀ ਭਾਰਤ ਵਿੱਚ ਹਲੇ ਵੀ ਕੜਾਕੇ ਦੀ ਠੰਡ ਲਗਾਤਾਰ ਪੈ ਰਹੀ ਹੈ, ਲੇਕਿਨ ਮੌਸਮ ਵਿਭਾਗ ਨੇ ਅੱਜ ਤੋਂ ਦੇਸ਼ ਦੇ ਉੱਤਰ ਪੱਛਮੀ ਹਿੱਸਿਆਂ ਵਿੱਚ ਕੜਾਕੇ ਦੀ ਠੰਡ ਤੋਂ ਰਾਹਤ ਮਿਲਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅਜੇ ਵੀ ਬਹੁਤ ਠੰਡ ਹੈ। ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਰਾਜਸਥਾਨ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕੇ ਕੜਾਕੇ ਦੀ ਠੰਡ ਦੀ ਲਪੇਟ ਵਿੱਚ ਨੇ। ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਿਕ ਅਗਲੇ 5 ਦਿਨਾਂ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਅਸਾਮ, ਮੇਘਾਲਿਆ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਸੰਘਣੀ ਧੁੰਦ ਛਾਈ ਰਹੇਗੀ। ਇਸ ਤੋਂ ਇਲਾਵਾ ਮੱਧ ਅਤੇ ਪੂਰਬੀ ਭਾਰਤ ਦੇ ਕਈ ਹਿੱਸਿਆਂ ਵਿੱਚ ਅਗਲੇ 3 ਤੋਂ 4 ਦਿਨਾਂ ਵਿੱਚ ਘੱਟੋ ਘੱਟ ਤਾਪਮਾਨ ਵਿੱਚ 2 ਤੋਂ 3 ਡਿਗਰੀ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਹੈ। ਅਤੇ ਤੁਸੀਂ ਸਾਰੇ ਸਮਾਚਾਰ YouTube ਚੈਨਲ DD ਨਿਊਜ਼ ਚੰਡੀਗੜ੍ਹ, Facebook DD ਨਿਊਜ਼ ਚੰਡੀਗੜ੍ਹ ਅਤੇ X DD ਨਿਊਜ਼ CHD ਤੇ ਵੀ ਦੇਖ ਸਕਦੇ ਹੋ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਆਗਿਆ ਦਿਓ। ਨਮਸਕਾਰ।